हाँ जी, शोभा शक्ति एक नाटक है जो डॉक्टर हरचरण सिंह ने लिखा है। ਤੁਹਾਡੀ ਕਿਤਾਬ ਵਿੱਚ ਇਸ ਪੂਰਾ ਨਾਟਕ ਹੈ। ਇਸਦੇ 3 ਨਾਟਕ ਨੇ, ਤਿੰਨੋਂ ਨਾਟਕ ਤੁਹਾਡੀ ਬੁੱਕ ਵਿੱਚ ਨੇ। ਕੰਪਲੀਟ ਨਾਟਕ ਤੁਹਾਡੀ ਬੁੱਕ ਵਿੱਚ ਹੈ। शोभा शक्ति हरचरण सिंह ने इसनूं लिखिया है, डॉक्टर हरचरण सिंह। ਇਹ ਨਾਵਲ ਇੱਕ ਕੁੜੀ ਇਸਤਰੀ ਦੇ ਜੀਵਨ ਦਾ ਵਰਣਨ ਕਰਦਾ ਹੈ ਕਿ ਕਿਸ ਤਰ੍ਹਾਂ ਇਸਤਰੀ ਜਾਤੀ ਕਿਸੇ ਦੇ ਅਧੀਨ ਰਹਿੰਦੀ ਹੈ ਤੇ ਉਹ ਕਿਸ ਤਰ੍ਹਾਂ ਜੀਵਨ ਜਿੰਦੀ ਹੈ, ਲੇਕਿਨ ਸੁਤੰਤਰ ਨਾਰੀ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ। ਇਸ ਨਾਟਕ ਦੀ ਸ਼ੁਰੂਆਤ ਜੋ ਪਹਿਲੇ ਨਾਟ ਵਿੱਚ ਹੁੰਦੀ ਹੈ, ਉਹ ਦਿੱਲੀ ਦਾ ਰਹਿਣ ਵਾਲਾ ਦੀਨ ਦਿਆਲ ਹੈ। ਦੀਨ ਦਿਆਲ ਇਸ ਦਾ ਕਹਾਣੀ ਦਾ ਪਾਤਰ ਹੈ। ਉਹ ਕੀ ਹੈ, ਰਿਟਾਇਰ ਇੰਜੀਨੀਅਰ ਹੈ। ਸ਼ਾਂਤੀ ਦੇਵੀ ਉਸਦੀ ਪਤਨੀ ਹੈ। ਧਿਆਨ ਰੱਖਣਾ ਹੈ, ਦੀਨ ਦਿਆਲ ਇੰਜੀਨੀਅਰ ਹੈ ਤੇ ਉਸਦੀ ਪਤਨੀ ਦਾ ਨਾਮ ਕੀ ਹੈ, ਸ਼ਾਂਤੀ ਦੇਵੀ। ਸੋਭਾ ਉਸਦੀ ਧੀ ਹੈ ਤੇ ਸਤੀਸ਼ ਉਸਦਾ ਪੁੱਤਰ। ਲੇਕਿਨ ਪੂਰਾ ਨਾਟਕ ਸੋਭਾ ਦੇ ਇਰਦ ਗਿਰਦ ਘੁੰਮਦਾ ਹੈ ਤੇ ਸਾਰੇ ਪਾਤਰਾਂ ਦਾ ਉਸਦੇ ਨਾਲ ਕੋਈ ਨਾ ਕੋਈ ਸੰਬੰਧ ਹੈ। ਇਸ ਕਰਕੇ ਸਾਰੇ ਪਾਤਰਾਂ ਦੇ ਨਾਂ ਯਾਦ ਰੱਖਣੇ ਪੈਣਗੇ। ਦੀਨ ਦਿਆਲ, ਸ਼ਾਂਤੀ, ਸੋਭਾ, ਸਤੀਸ਼। ਸੋਭਾ ਦੇ ਭਰਾ ਦਾ ਨਾਮ ਸਤੀਸ਼, ਮਾਂ ਦਾ ਨਾਮ ਸ਼ਾਂਤੀ ਤੇ ਪਿਤਾ ਦਾ ਨਾਮ ਦੀਨ ਦਿਆਲ ਕਪੂਰ। ਉਹ ਦੇਰ ਰਾਤ ਤੱਕ ਕਲੱਬ ਵਿੱਚ ਫਿਰਦਾ ਹੈ। ਕੌਣ? ਦੀਨ ਦਿਆਲ। ਜਿੱਥੇ ਡਾਂਸ, ਸ਼ਰਾਬਾਂ, ਜੂਆ ਆਦਿ ਖੇਡੇ ਜਾਂਦੇ ਨੇ। ਉਹ ਬੜੇ ਗੁੱਸੇ ਵਾਲੇ ਸੁਭਾਅ ਦਾ ਮਾਲਕ ਹੈ। ਕਪੂਰ ਦੀ ਧੀ ਸੋਭਾ MA B.Ed ਪੜ੍ਹੀ ਲਿਖੀ ਹੋਈ ਕੁੜੀ ਹੈ। ਉਸ ਨੂੰ ਆਧੁਨਿਕ ਭਾਰਤੀ ਨਾਰੀ ਕਿਹਾ ਜਾਂਦਾ ਹੈ ਕਿਉਂਕਿ ਉਹ ਪੜ੍ਹੀ ਲਿਖੀ ਹੈ ਤਾਂ ਉਸਨੂੰ ਆਪਣੇ ਹੱਕ, ਆਪਣੇ ਅਧਿਕਾਰਾਂ ਬਾਰੇ ਪਤਾ ਹੈ। ਜਦਕਿ ਉਸकी ਮਾਂ ਸ਼ਾਂਤੀ ਹੈ, ਉਹ ਆਪਣੇ ਪਤੀ ਦੇ ਹੇਠ ਦਬ ਕੇ ਰਹਿੰਦੀ ਹੈ ਤੇ ਉਸਦੇ ਅੱਗੇ ਨਹੀਂ ਬੋਲਦੀ। ਪਰ ਜੋ ਸ਼ੋਭਾ ਹੈ ਉਹ ਪੜ੍ਹੀ ਲਿਖੀ ਹੈ, ਸਮਝਦਾਰ ਕੁੜੀ ਹੈ, ਆਧੁਨਿਕ ਵਿਚਾਰਾਂ ਵਾਲੀ ਹੈ। ਉਸਨੂੰ ਆਪਣੇ ਹੱਕਾਂ ਪ੍ਰਤੀ ਸੁਤੰਤਰ ਜਿਉਣ ਚਾਹਣ ਦੀ ਚਾਹ ਹੈ। ਉਹ ਕਾਲਜ ਵਿੱਚ ਆਪਣੇ ਨਾਲ ਪੜ੍ਹਦੇ ਇੱਕ ਮੁੰਡੇ ਰਮੇਸ਼ ਨਾਲ ਪਿਆਰ ਕਰ ਬੈਠਦੀ ਹੈ। ਕੀ ਹੈ ਕਿ ਸ਼ੋਭਾ ਦਾ ਪਿਆਰ ਕਿਸ ਨਾਲ ਹੋ ਜਾਂਦਾ ਹੈ? ਰਮੇਸ਼ ਨਾਲ। ਰਮੇਸ਼ ਕੀ ਹੈ, ਉਸਦੇ ਨਾਲ ਹੀ ਪੜ੍ਹਦਾ ਹੈ ਤੇ ਕੀ ਹੈ, ਉਹ ਉਸ ਨਾਲ ਵਿਆਹ ਕਰਾਉਣ ਦਾ ਫੈਸਲਾ ਕਰ ਲੈਂਦੀ ਹੈ। ਦੂਸਰੇ ਪਾਸੇ ਕਪੂਰ ਨੇ ਆਪਣੇ ਇੱਕ ਦੋਸਤ ਦਾ ਮੁੰਡਾ ਉਸ ਲਈ ਉੱਥੇ ਉਸਦਾ ਰਿਸ਼ਤਾ ਕਿ ਪਿਓ ਹੈ ਜੋ ਹਠੀ ਜਿਹੇ ਸੁਭਾਅ ਦਾ ਹੈ ਤੇ ਆਪਣੀ ਧੀ ਦਾ ਰਿਸ਼ਤਾ ਆਪਣੇ ਦੋਸਤ ਦੇ ਇੱਕ ਮੁੰਡੇ ਨੂੰ ਕਰਕੇ ਪੱਕਾ ਕਰ ਦਿੰਦਾ ਹੈ। ਜਦੋਂ ਸੋਭਾ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ ਤਾਂ ਉਹ ਕੀ ਕਰਦੀ ਹੈ, ਵਿਆਹ ਵਿੱਚ ਕੇਵਲ ਇੱਕ ਦਿਨ ਹੀ ਰਹਿ ਜਾਂਦਾ ਹੈ ਕਿ ਕਪੂਰ ਨੂੰ ਸ਼ਾਂਤੀ ਤੋਂ ਪਤਾ ਲੱਗਦਾ ਹੈ ਕਿ ਸੋਭਾ ਆਪਣੀ ਮਰਜ਼ੀ ਦੇ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਕਪੂਰ ਸਮਝਾਉਂਦਾ ਹੈ ਕਿ ਸੋਭਾ ਇਹ ਕਦਮ ਸ਼ਾਂਤੀ ਦੀ ਸਹਿਮਤੀ ਨਾਲ ਚੁੱਕ ਰਹੀ ਹੈ। ਉਸਦੀ ਆਏ लीला, अब एक पात्र हो आया जो कौन है इस कहानी विच आए, मतलब कि नौकरानी है किसके घर में? दीनदयाल के। लीला हुण कौन कौन आए? दीनदयाल, शांति, शोभा, सतीश, लीला जो उनके घर की नौकरानी है। वो कहता है कि तू और तेरी लीला मिलके, शांति ते लीला तुसी दोवें मिलके इस कुड़ी नूं बिगाड़ रहे हो ते तुहाडी सहमति नाल एक कदम चुकण जा रही है। इस करके गुस्से विच आके लीला नूं कहता है कि घरों निकल जा। नाटक ਦਾ ਆਰੰਭ ਹੋਣ ਸਮੇਂ ਲੀਲਾ ਸ਼ਾਂਤੀ ਨੂੰ ਕਹਿੰਦੇ ਕਿ ਉਸ ਨਾਲ ਧੱਕਾ ਹੋ ਰਿਹਾ ਹੈ। ਉਹ ਆਪਣੇ ਪ੍ਰਤੀ ਕਪੂਰ ਨੂੰ ਕਹਿ ਕੇ ਉਸਦਾ ਬਚਾਅ ਕਰੇ। ਕੀ ਹੈ ਕਿ ਤੁਸੀਂ ਮੇਰੇ ਨਾਲ ਗਲਤ ਕਰ ਰਹੇ ਹੋ, ਕਿ ਤੂੰ ਆਪਣੇ ਪਤੀ ਨੂੰ ਕਹਿ ਕੇ ਮੇਰੇ ਨਾਲ ਤੁਸੀਂ ਗਲਤ ਕਰ ਰਹੇ ਹੋ। ਪਰ ਸ਼ਾਂਤੀ ਕਹਿੰਦੀ ਹੈ ਕਿ ਉਹ ਬੜਾ ਹਟੀ ਜਵਾਬ ਦਾ ਗੁੱਸੇ ਦਾ ਮਾਲਕ ਹੈ, ਉਹ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ। ਦੋਹਾਂ ਦੀ ਗੱਲਾਂ ਬਾਤਾਂ ਤੋਂ ਪਤਾ ਚੱਲਦਾ ਹੈ ਕਿ ਸ਼ਾਂਤੀ ਕਪੂਰ ਦੇ ਹੁਕਮ ਤੇ ਰੋਹਬ ਹੇਠ ਦਬੀ ਹੋਈ ਹੈ। ਮੈਂ ਦੱਸਿਆ ਹੈ ਕਿ ਉਹ ਆਪਣੇ ਪਤੀ ਦੇ ਰੋਹਬ ਹੇਠ ਅੱਗੇ ਨਹੀਂ ਬੋਲਦੀ। ਉਸਦੀ ਹਿੰਮਤ ਹੀ ਨਹੀਂ ਸੀ ਹੁੰਦੀ ਕਿ ਆਪਣੇ ਪਤੀ ਦਾ ਵਿਰੋਧ ਕਰ ਸਕੇ। ਉਸਨੂੰ ਮਾਰਦਾ ਕੁੱਟਦਾ ਹੈ, ਉਹ ਕਦੇ ਵੀ ਉਸਦੇ ਅੱਗੇ ਨਹੀਂ ਬੋਲੀ। ਪਰ ਜਦੋਂ ਕਪੂਰ ਸਖਤ ਗੁੱਸੇ ਦੀ ਹਾਲਤ ਵਿੱਚ ਸਾਹਮਣੇ ਆਉਂਦਾ ਹੈ ਤਾਂ ਉਹ ਲੀਲਾ ਤੇ ਸ਼ਾਂਤੀ ਦੋਹਾਂ ਨੂੰ ਬੁਰਾ ਭਲਾ ਕਹਿੰਦਾ ਹੈ। ਲੀਲਾ ਆਪਣੇ ਆਪ ਨੂੰ ਬੇਕਸੂਰ ਕਹਿੰਦੀ ਹੈ ਪਰ ਕਪੂਰ ਨਹੀਂ ਸਮਝਦਾ। ਪਰੰਤੂ ਲੀਲਾ ਤੇ ਸ਼ਾਂਤੀ ਦੇ ਚਰਿੱਤਰ ਤੇ ਹੌਸਲੇ ਦੀ ਤਾਰੀਫ ਕਰਦਾ ਕੀ ਹੈ ਕਿ ਉਹ ਬੁਰੇ ਸਲੂਕ ਸੁਣਦੀ ਰਹਿੰਦੀਆਂ ਨੇ ਸਭ, ਲੇਕਿਨ ਆਪਣਾ ਦਲੇਰੀ ਰੱਖਦੀ ਨੇ। ਕਪੂਰ ਤੇ ਪੁੱਛਣ ਤੋਂ ਸ਼ਾਂਤੀ ਦੱਸਦੀ ਹੈ ਕਿ ਸੋਭਾ ਨੇ ਉਸਨੂੰ ਆਪਣੀ ਸਿਵਲ ਮੈਰਿਜ ਕਰਾਉਣ ਬਾਰੇ ਰਾਤੀ ਹੀ ਦੱਸਿਆ ਸੀ ਕਿ ਉਹ ਆਪਣੀ ਮਰਜ਼ੀ ਆਪਣੇ ਅਨੁਸਾਰ ਕਰਾਉਣਾ ਚਾਹੁੰਦੀ ਹੈ। ਉਸਨੇ ਮੈਨੂੰ ਰਾਤ ਹੀ ਦੱਸਿਆ ਸੀ, ਪਰ ਇਹ ਨਹੀਂ ਪਤਾ ਕਿ ਉਹ ਮੈਰਿਜ ਕਰਾਉਣ ਚਲੀ ਗਈ ਹੈ। ਇੰਨੇ ਨੂੰ ਸਤੀਸ਼ ਆ ਜਾਂਦਾ ਤੇ ਕਪੂਰ ਨਾਲ ਆਪਣੀ ਗੱਲਬਾਤ ਵਿੱਚ ਉਹ ਹਾਂਜੀ ਜਵਾਬੀ ਤੋਂ ਕੰਮ ਲੈਂਦਾ ਹੈ। ਸੋਭਾ ਦੀ ਪ੍ਰਸ਼ੰਸਾ ਕਰਦਾ ਹੈ ਤੇ ਕਪੂਰ ਦੇ ਚਿੱਤਰ ਨੂੰ ਵਿਅੰਗ ਕਰਦਾ ਹੈ ਕਿ ਸਤੀਸ਼ ਹੈ ਉਹ ਆਪਣੀ ਭੈਣ ਦਾ ਪੂਰਾ ਸਪੋਰਟ ਕਰਦਾ ਹੈ ਕਿ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਕੋਈ ਬੁਰੀ ਬਾਤ ਕੀ ਹੁੰਦਾ ਹੈ। ਕਿ ਹੁਣ ਕੀ ਹੈ, ਸ਼ੋਭਾ ਹੈ ਉਹ ਮਤਲਬ ਕਿ ਉਸਦਾ ਭਰਾ ਸਤੀਸ਼ ਹੈ, ਉਹ ਆਪਣੀ ਭੈਣ ਦਾ ਪੂਰਾ ਸਾਥ ਦਿੰਦਾ ਹੈ ਕਿਉਂਕਿ ਉਹ ਪੜ੍ਹੀ ਲਿਖੀ ਆਧੁਨਿਕ ਕਹਿੰਦਾ ਉਸਨੂੰ ਆਪਣੇ ਹੱਕਾਂ, ਆਪਣੇ ਅਧਿਕਾਰਾਂ ਬਾਰੇ ਪਤਾ ਹੈ। ਉਹ ਅੱਛੇ ਸੁਭਾਅ ਦੀ ਮਾਲਕ ਹੈ ਤੇ ਉਹ ਆਪਣੇ ਅੱਛੇ ਬੁਰੇ ਬਾਰੇ ਸੋਚ ਸਕਦੀ ਹੈ, ਕੋਈ ਬੇਸਮਝ ਨਹੀਂ ਹੈਗੀ ਤੇ ਆਪਣੇ ਪਿਓ ਦੇ ਉਹ ਖਿਲਾਫ ਰਹਿੰਦਾ ਹੈ। ਸੋਭਾ ਦੀ ਪ੍ਰਸ਼ੰਸਾ ਕਰਦਾ ਹੈ। ਸਤੀਸ਼ ਨਵੇਂ ਜ਼ਮਾਨੇ ਦੀ ਇਸਤਰੀ ਵਿੱਚ ਪੈਦਾ ਹੋ ਰਹੇ ਸੁਤੰਤਰ ਵਿਚਾਰਾਂ ਤੇ ਆਪਣੇ ਹੱਕਾਂ ਪ੍ਰਤੀ ਸੇਧ ਪ੍ਰਤੀ ਜਾਗ੍ਰਿਤੀ ਕਰਕੇ ਚੰਗੀ ਗੱਲ ਸਮਝਦਾ ਹੈ ਕਿ ਜਿਹੜੀ ਔਰਤ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੈ ਉਹ ਚੰਗੀ ਹੈ। ਇੰਨੇ ਨੂੰ ਕਪੂਰ ਟੈਲੀਫੋਨ ਸੁਣਨ ਲਈ ਚਲਿਆ ਜਾਂਦਾ ਹੈ ਤੇ ਸ਼ਾਂਤੀ ਆਪਣੀ ਮੰਮੀ ਸਤੀਸ਼ ਆਪਣੀ ਮੰਮੀ ਸ਼ਾਂਤੀ ਪ੍ਰਤੀ ਆਪਣੇ ਸਤਿਕਾਰ ਨੂੰ ਪ੍ਰਗਟ ਕਰਦਾ ਹੋਇਆ ਕਹਿੰਦਾ ਕਿ ਬਾਪ ਤੇ ਦੋ ਰੰਗ ਜੀਵਨ ਨੂੰ ਉਘਾੜਦਾ ਹੈ।
ਕਿ ਉਹ ਦੱਸਦਾ ਹੈ ਕਿ ਡੈਡੀ ਕਲੱਬ ਵਿੱਚ ਜਾ ਕੇ ਕੁਛ ਕੀ ਆਪਣੇ ਪਿਓ ਬਾਰੇ ਦੱਸਦਾ ਆਪਣੀ ਮਾਂ ਨੂੰ ਕਿ ਆਪ ਤਾਂ ਖੁਦ ਕਲੱਬਾਂ ਵਿੱਚ ਘੁੰਮਦਾ ਹੈ, ਤੇਰੀ ਕਦੇ ਕਦਰ ਨਹੀਂ ਕਰਦਾ, ਤੇਰੇ ਤੇ ਜ਼ੁਲਮ ਕਰਦਾ ਹੈ ਤੇ ਆ ਬੜਾ ਆਪਣੇ ਆਪ ਨੂੰ ਸ਼ੇਰ ਸਮਝਦਾ ਹੈ। ਸੋਭਾ ਨਾਲ ਧੀ ਰਿਸ਼ਤੇਦਾਰੀ ਨਾਲ ਗੱਲ ਕਰੇ। ਕਪੂਰ ਕਹਿੰਦਾ ਹੈ ਕਿ ਧੀ ਦੀ ਸ਼ਾਦੀ ਕਰਾਉਣ ਮਾਪਿਆਂ ਦਾ ਹੱਕ ਤੇ ਫਰਜ਼ ਹੈ, ਪਰ ਸਤੀਸ਼ ਕਹਿੰਦਾ ਹੈ ਕਿ ਪੁਰਾਣੇ ਤੇ ਨਵੇਂ ਜ਼ਮਾਨੇ ਦੇ ਵਿਚਾਰਾਂ ਦੇ ਅਜ਼ਦ ਦਾ ਫਰਕ ਹੈ। ਕਿ ਪਿਓ ਕਹਿੰਦਾ ਹੈ ਕਿ ਇਹ ਸਾਡਾ ਕੰਮ ਹੈ ਕੁੜੀਆਂ ਦਾ ਵਿਆਹ ਕਰਾਉਣਾ, ਕਿ ਮਾਂ-ਬਾਪ ਦੀ ਮਰਜ਼ੀ ਅਨੁਸਾਰ। ਕਹਿੰਦਾ ਕਿ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨੇ, ਅੱਜ ਇਹਨਾਂ ਨੂੰ ਗੱਲਾਂ ਨੂੰ ਕੋਈ ਨਹੀਂ ਸਮਝਦਾ। ਅੱਗੇ ਕੀ ਹੁੰਦਾ ਹੈ ਉਸਦੇ ਪਿੱਛੋਂ ਜਦੋਂ ਕਪੂਰ ਘਰ ਤੋਂ ਬਾਹਰ ਚਲਾ ਜਾਂਦਾ ਹੈ ਤੇ ਸਤੀਸ਼ ਤੇ ਸ਼ਾਂਤੀ ਦੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਕਪੂਰ ਸੋਭਾ ਨੂੰ ਆਪਣੇ ਦੋਸਤ ਦੇ ਨਿਕੰਮੇ ਜਿਹੇ ਮੁੰਡੇ ਨਾਲ ਵਿਆਹਣਾ ਚਾਹੁੰਦਾ ਹੈ, ਪਰ ਸਤੀਸ਼ ਕਹਿੰਦਾ ਹੈ ਕਿ ਡੈਡੀ ਆਪਣੇ ਦੋਸਤਾਂ ਆਪਣੀ ਸੰਗਤ ਦੇ ਮੁੰਡੇ ਨਾਲ ਇਸਦਾ ਵਿਆਹ ਕਰਨਾ ਚਾਹੁੰਦਾ ਹੈ, ਇਹ ਗਲਤ ਹੈ। ਇੰਨੇ ਨੂੰ ਕਾਰ ਵਿੱਚ ਕਪੂਰ ਦੁਆਰਾ ਸੋਭਾ ਲਈ ਸਿਹੜੀਆਂ ਬਜ਼ੁਰਗ ਸਹੁਰਾ ਆ ਜਾਂਦਾ ਹੈ ਕਿ ਜਿਹੜੇ ਜਿਸ ਥਾਂ ਤੇ ਉਹ ਰਿਸ਼ਤਾ ਕਰਨ ਲੱਗਿਆ ਹੈ ਉਹ ਸਹੁਰਾ ਕਾਰ ਵਿੱਚ ਆ ਜਾਂਦਾ ਹੈ, ਪਰ ਸਤੀਸ਼ ਉਸ ਨੂੰ ਬੜੀ ਹੁਸ਼ਿਆਰੀ ਨਾਲ ਇਹ ਕਹਿ ਕੇ ਘਰੋਂ ਜਲਦੀ ਤੋਰ ਦਿੰਦਾ ਹੈ ਕਿ ਕਪੂਰ ਜੀ ਇਸ ਵੇਲੇ ਘਰ ਨਹੀਂ ਹੈ, ਤੁਸੀਂ ਬਾਅਦ ਚ ਆਣਾ। ਕਿ ਉਹ ਕੁੜੀ ਦਾ ਰਿਸ਼ਤਾ ਲੈ ਕੇ ਆਉਂਦੇ ਨੇ ਨਾ ਘਰ ਕਿ ਅਸੀਂ ਕੁੜੀ ਵੇਖਣ ਆਏ ਆ, ਪਰ ਉਹ ਕਹਿੰਦਾ ਹੈ ਆਪਣੀ ਚਲਾਕੀ ਨਾਲ ਸਤੀਸ਼ ਕਹਿ ਦਿੰਦਾ ਕਿ ਹੁਣ ਤਾਂ ਪਾਪਾ ਜੀ ਘਰ ਨਹੀਂ ਹੈ, ਤੁਸੀਂ ਬਾਅਦ ਚ ਆਣਾ। ਫਿਰ ਕੀ ਹੈ ਇੰਨੇ ਨੂੰ ਫਿਰ ਕੀ ਬਜ਼ੁਰਗ ਦੇ ਜਾਣ ਮਗਰੋਂ ਸੋਭਾ ਆਪਣੇ ਹੋਣ ਵਾਲੇ ਪਤੀ ਰਮੇਸ਼ ਨੂੰ ਲੈ ਕੇ ਘਰ ਆ ਜਾਂਦੀ ਹੈ। ਇਸ ਤੋਂ ਬਾਅਦ ਸੋਭਾ ਉਸ ਮੁੰਡੇ ਨਾਲ ਘਰ ਆ ਜਾਂਦੀ ਹੈ ਜਿਸ ਨੂੰ ਪਿਆਰ ਕਰਦੀ ਹੈ। ਸ਼ਾਂਤੀ ਜੋੜੇ ਦੀ ਪ੍ਰਸ਼ੰਸਾ ਕਰਦੀ ਹੈ। ਸੋਭਾ ਮੰਮੀ ਪ੍ਰਤੀ ਆਪਣੇ ਆਦਰ ਸਤਿਕਾਰ ਨੂੰ ਪ੍ਰਗਟ ਕਰਦੀ ਹੋਈ ਕਹਿੰਦੀ ਹੈ ਕਿ ਉਸ ਲਈ ਦੁੱਖ ਨਾ ਹੋਵੇ। ਸਤੀਸ਼ ਨੂੰ ਕਹਿੰਦੀ ਹੈ ਕਿ ਡੈਡੀ ਨਾਲ ਝਗੜਾ ਨਾ ਕਰੇ, ਚੁੱਪ ਰਹੇ, ਕਿਉਂਕਿ ਉਹ ਆਪਣੇ ਆਪ ਨੂੰ ਛੇਤੀ ਨਹੀਂ ਬਦਲ ਸਕਦੇ। ਕਿ ਤੁਸੀਂ ਮੇਰੇ ਲਈ ਲੜੋ ਨਾ, ਮੈਂ ਆਪਣੀ ਮਰਜ਼ੀ ਕਰਨੀ ਸੀ, ਮੈਂ ਕਰ ਚੁੱਕੀ ਹਾਂ, ਮੈਂ ਕੋਰਟ ਮੈਰਿਜ ਕਰਾ ਲਈ ਹੈ ਰਮੇਸ਼ ਨਾਲ, ਤੁਸੀਂ ਮੇਰੇ ਲਈ ਝਗੜਾ ਨਾ ਕਰੋ। ਪਿਓ ਨੇ ਕਦੇ ਨਹੀਂ ਮੰਨਣਾ ਦੀਨ ਦਿਆਲ ਜੀ, ਉਹਨਾਂ ਦਾ ਸੁਭਾਅ ਹੈ, ਉਹਨਾਂ ਨੂੰ ਥੋੜੇ ਟਾਈਮ ਚ ਪਰਿਵਰਤਨ ਆਣਗੇ। ਮਾਂ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਲਈ ਦੁਖੀ ਨਾ ਹੋ। ਐਨੇ ਨੂੰ ਕਪੂਰ ਬਦਲੀਨਾਥ ਵਕੀਲ ਨੂੰ ਨਾਲ ਲੈ ਕੇ ਆ ਜਾਂਦਾ ਹੈ। ਸਤੀਸ਼ ਰਮੇਸ਼ ਨੂੰ ਅੰਦਰੋਂ ਪਿੱਛੇ ਪਾਸੇ ਭੇਜ ਦਿੰਦਾ ਹੈ। ਸੋਭਾ ਆਪਣੇ ਡੈਡੀ ਨੂੰ ਦੁਖੀ ਪਰੇਸ਼ਾਨ ਹੁੰਦੀ ਹੈ, ਉਹ ਬੜੇ ਹੀ ਸਤਿਕਾਰ ਕਰਦੇ ਸ਼ਬਦਾਂ ਨਾਲ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਸੋਭਾ ਕਹਿੰਦੀ ਹੈ ਕਿ ਉਹ ਉਹਨਾਂ ਦੁਆਰਾ ਚੁਣੇ ਲੜਕੇ ਨੂੰ ਇਸ ਕਰਕੇ ਪਸੰਦ ਨਹੀਂ ਕਰਦੀ ਕਿਉਂਕਿ ਉਹ ਅਮੀਰ ਦਾ ਵਿਗੜਿਆ ਹੋਇਆ ਤੇ ਨੀਵੇਂ ਚਰਨ ਵਾਲਾ ਮੁੰਡਾ ਹੈ, ਉਹ ਅੱਖੀ ਵੇਖ ਕੇ ਮੱਖੀ ਨਹੀਂ ਨਿਗਲ ਸਕਦੀ। ਕੀ ਕਹਿੰਦੀ ਹੈ ਕਿ ਜਿਹੜਾ ਮੁੰਡਾ ਤੁਸੀਂ ਮੇਰੇ ਲਈ ਢੂੰਡਿਆ ਹੈ ਉਹ ਨਿਕੰਮਾ ਹੈ, ਕਿਉਂਕਿ ਅਮੀਰ ਬਾਪ ਦਾ ਹੈ, ਉਸਨੂੰ ਪੈਸੇ ਨੇ ਵਿਗਾੜ ਦਿੱਤਾ ਹੈ ਤੇ ਮੈਂ ਹਜੇ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ। ਆਪਣੇ ਪਿਓ ਨੂੰ ਸਮਝਾਉਂਦੀ ਹੈ ਤੇ ਸਤੀਸ਼ ਕੀ ਕਰਦਾ ਹੈ, ਉਹ ਰਮੇਸ਼ ਇੱਕ ਪਾਤਰ ਹੋਰ ਆ ਗਿਆ, ਰਮੇਸ਼ ਸ਼ੋਭਾ ਦਾ ਪਤੀ ਜਿਸਨੂੰ ਪਿਆਰ ਕਰਦੀ ਹੈ, ਪਿਛਲੇ ਦਰਵਾਜ਼ੇ ਨੂੰ ਬਾਹਰ ਕੱਢ ਦਿੰਦਾ ਹੈ ਸਤੀਸ਼ ਤਾਂ ਕਿ ਉਹਨਾਂ ਵਿੱਚ ਝਗੜਾ ਨਾ ਹੋ ਜਾਵੇ। ਤਾਂ ਕੀ ਹੁੰਦਾ ਹੈ ਸੋਭਾ ਆਪਣੇ ਪਿਓ ਨੂੰ ਸਮਝਾ ਰਹੀ ਹੈ, ਉਹ ਕੀ ਕਹਿੰਦੀ ਹੈ ਕਿ ਵਿਆਹ ਕਰਾਉਣਾ ਸਾਰੀ ਤਿਆਰੀ ਹੋ ਕੀ ਹੈ ਕਿ ਉਹ ਅੱਖੀ ਵੇਖ ਕੇ ਮੱਖੀ। ਕਪੂਰ ਉਸਨੂੰ ਕਾਲੀ ਕਰਨ ਤੋਂ ਰੋਕਦਾ ਹੈ, ਦੱਸਦਾ ਹੈ ਕਿ ਉਸ ਨਾਲ ਵਿਆਹ ਕਰਨ ਦੀ ਸਾਰੀ ਤਿਆਰੀ ਕੀਤੀ ਹੋਈ ਹੈ, ਕਿ ਮੈਂ ਉਸ ਮੁੰਡੇ ਨਾਲ ਸਾਰੀ ਗੱਲ ਪੱਕੀ ਕੀਤੀ ਹੋਈ ਹੈ, ਤੂੰ ਆਪਣੀ ਮਰਜ਼ੀ ਨਹੀਂ ਕਰ ਸਕਦੀ। ਸੋਭਾ ਕਹਿੰਦੀ ਹੈ ਕਿ ਉਹ ਨਾ ਕੁਝ ਵੀ ਖਰਚ ਨਹੀਂ ਕਰਾਉਣਾ ਚਾਹੁੰਦੀ, ਉਹ ਸਮਝਦੀ ਹੈ ਕਿ ਧੀ ਲਈ ਵਿੱਦਿਆ ਦਾ ਦਾਨ ਸਭ ਤੋਂ ਵੱਡਾ ਹੈ, ਕਿ ਤੂੰ ਮੇਰੇ ਲਈ ਜਿੰਨਾ ਵੀ ਪੈਸਾ ਜੋੜ ਕੇ ਰੱਖਿਆ ਹੈ ਮੈਨੂੰ ਇਸ ਦੀ ਜ਼ਰੂਰਤ ਨਹੀਂ ਹੈ। ਧੀ ਲਈ ਸਭ ਤੋਂ ਵੱਡਾ ਧਨ ਕੀ ਹੈ? ਵਿਦਿਆ, ਉਹ ਤੂੰ ਮੈਨੂੰ ਦਿੱਤੀ ਹੈ, ਮੈਂ ਇਸ ਤੋਂ ਇਲਾਵਾ ਤੇਰਾ ਕੋਈ ਹੋਰ ਖਰਚ ਨਹੀਂ ਕਰਾਉਣਾ ਚਾਹੁੰਦੀ। ਕਪੂਰ ਕਹਿੰਦਾ ਹੈ ਕਿ ਜੇਕਰ ਉਸਦੀ ਗੱਲਾਂ ਨਹੀਂ ਮੰਨਣੀ ਤਾਂ ਉਹ ਕੁਝ ਨਹੀਂ ਕਰਦਾ। ਇੰਨੇ ਸਮੇਂ ਸਤੀਸ਼ ਟਿੱਕਾ ਟਿੱਪਣੀ ਵਿੱਚੋਂ ਕੀ ਹੈ ਸਤੀਸ਼ ਆਪਣੀ ਟਿੱਕਾ ਟਿੱਪਣੀ ਵਿੱਚੋਂ ਕਰਦਾ ਰਹਿੰਦਾ ਹੈ ਤੇ ਸੋਭਾ ਨੂੰ ਡਰਾਉਂਦਾ ਰਹਿੰਦਾ ਹੈ, ਪਰ ਨਹੀਂ ਕਿ ਇਸ ਕਹਾਣੀ ਵਿੱਚ ਕੌਣ ਕਿਸ ਦਾ ਸਾਥ ਦੇ ਰਿਹਾ? ਸਤੀਸ਼ ਆਪਣੀ ਭੈਣ ਸੋਭਾ ਦਾ ਸਾਥ ਦੇ ਰਿਹਾ ਹੈ, ਪਰ ਦੀਨ ਦਿਵਾਲ ਉਹਨਾਂ ਦੇ ਬਿਲਕੁਲ ਹੀ ਖਿਲਾਫ ਹੈ। ਇਸ ਗੱਲ ਤੋਂ ਉਹ ਬੜੀ ਦੁਖੀ ਹੈ ਕਿ ਮੇਰਾ ਪਿਓ ਮੇਰਾ ਨਾਲ ਨਹੀਂ, ਤੇ ਉਹ ਕੀ ਕਹਿੰਦੀ ਹੈ ਕਿ ਤੁਸੀਂ ਮੇਰਾ ਸਾਥ ਦੇਣਾ ਹੈ ਤਾਂ ਦੋ, ਨਹੀਂ ਵਰਨਾ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਹੀ ਕਰਾਉਣਾ ਹੈ। ਤੇ ਕੀ ਹੈ ਲੀਲਾ ਸਭ ਕੁਝ ਦੇਖ ਰਹੀ ਹੈ, ਉਹ ਸੂਟ ਹੁਣ ਕੀ ਹੈ ਸੋਭਾ ਆਪਣੇ ਘਰੋਂ ਆਪਣਾ ਸਮਾਨ ਚੁੱਕਦੀ ਹੈ ਤੇ ਲੀਲਾ ਵੀ ਉਸਦੇ ਨਾਲ ਤੁਰਦੀ ਹੈ, ਕਹਿੰਦੀ ਕਿ ਮੈਂ ਤੇਰੇ ਤੋਂ ਬਿਨਾਂ ਇੱਥੇ ਕਿਉਂਕਿ ਮੈਂ ਤੇਰੀ ਆਏ ਹੂੰ। ਲੀਲਾ ਨੇ ਕਿਸਨੂੰ? ਸੋਭਾ ਨੂੰ ਪਾਲ ਕੇ ਬੜਾ ਕੀਤਾ ਹੈ ਤੇ ਉਸਦੇ ਨਾਲ ਹੀ ਜਾਣ ਲਈ ਤਿਆਰ ਹੋ ਜਾਂਦੀ ਹੈ, ਪਰ ਸੋਭਾ ਉੱਥੇ ਕੋਈ ਚੀਜ਼ ਨਾਲ ਲਿਜਾਣ ਲਈ ਤਿਆਰ ਨਹੀਂ। ਸੋਭਾ ਲੀਲਾ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਲਈ ਕੁਝ ਵੀ ਪੈਕਿੰਗ ਨਾ ਕਰ, ਮੈਂ ਇੱਥੋਂ ਕੁਝ ਨਹੀਂ ਲੈ ਕੇ ਜਾਣਾ, ਮੈਂ ਸਿਰਫ 2 ਕੱਪੜਿਆਂ 'ਚ ਹੀ ਜਾਣਾ ਹੈ। ਸਤੀਸ਼ ਸੋਭਾ ਦਾ ਹੱਥ ਸ਼ਾਂਤੀ ਦੇ ਹੱਥ ਵਿੱਚ ਫੜਾ ਕੇ ਛੇਤੀ ਪੂਰਨ ਕਰਨ ਲਈ ਚਾਹੁੰਦਾ ਹੈ। ਸਤੀਸ਼ ਕੀ ਹੈ ਆਪਣੀ ਮਾਂ ਨੂੰ ਕਹਿੰਦਾ ਕਿ ਛੇਤੀ ਤੋਰੋ। ਸ਼ਾਂਤੀ ਭਰੀਆਂ ਹੋਈਆਂ ਅੱਖਾਂ ਨਾਲ ਸੋਭਾ ਦਾ ਹੱਥ ਰਮੇਸ਼ ਦੇ ਹੱਥ ਵਿੱਚ ਫੜਾ ਦਿੰਦੀ ਹੈ ਤੇ ਸ਼ੀਸ਼ਾ ਦਿੰਦੀ ਹੈ। ਸੋਭਾ ਗੁਲਾਬ ਦਾ ਇੱਕ ਫੁੱਲ ਤੋੜ ਕੇ ਆਪਣੇ ਨਾਲ ਲੈ ਜਾਂਦੀ ਹੈ। ਇਸ ਫੁੱਲ ਵਾਂਗ ਮੈਂ ਬਾਬਲ ਦੀ ਸ਼ੋਭਾ ਵਧਾਉਣ ਦਾ ਪੂਰਾ ਯਤਨ ਕਰਾਂਗੀ। ਕੀ ਕਹਿੰਦੀ ਹੈ ਕਿ ਮੇਰੇ ਬਾਬਲ ਦੇ ਬਾਗ ਦਾ ਇਹ ਫੁੱਲ ਹੈ, ਇਸ ਫੁੱਲ ਵਾਂਗ ਮੈਂ ਆਪਣੇ ਪਿਓ ਦੇ ਬਾਗ ਦੀ ਕੀ ਹਿਫਾਜ਼ਤ ਕਰਾਂਗੀ ਤੇ ਉਸਦੀ ਸ਼ੋਭਾ ਨੂੰ ਬਣਾ ਕੇ ਰੱਖਾਂਗੀ। ਸ਼ੋਭਾ ਸ਼ਕਤੀ, ਸ਼ੋਭਾ ਤੋਂ ਹੀ ਬਣੀ ਹੈ ਸ਼ਕਤੀ। ਐਨੇ ਨੂੰ ਸੋਭਾ ਦਾ ਬੇਟਾ ਮੈਨੇ ਕਿਤਨੀ ਬਾਰ ਤਾਂ ਕੀ ਹੁੰਦਾ ਹੈ ਹੁਣ ਕੀ ਹੈ ਸਤੀਸ਼ ਦਾ ਸੋਭਾ ਦਾ ਬਣਨ ਵਾਲਾ ਸ਼ੋਰਾ ਵੀ ਉੱਥੇ ਆ ਜਾਂਦਾ ਹੈ, ਉਹ ਜਾ ਰਿਹਾ ਕਪੂਰ ਤੇ ਵਕੀਲ ਨਾਲ ਰਲ ਜਾਂਦਾ ਹੈ। ਸ਼ਾਂਤੀ ਫਿਰ ਕਹਿੰਦੀ ਹੈ ਕਿ ਕਚਹਿਰੀ
ਮਾੜੀ ਗੱਲ ਨਾ ਹੋਵੇ। ਸਤੀਸ਼ ਉਸਨੂੰ ਹੌਸਲਾ ਦਿੰਦਾ ਹੈ। ਮੈਨੂੰ ਪਿੰਜਰੇ ਵਿੱਚੋਂ ਕੱਢ ਕੇ ਖੁੱਲੀਆਂ ਉਡਾਰੀਆਂ ਲਈ ਬਾਹਰ ਛੱਡ ਦਿੱਤਾ। ਰਮੇਸ਼, ਸਤੀਸ਼ ਤੇ ਲੀਲਾ ਤੁਰ ਪੈਂਦੇ ਹਨ। ਸ਼ਾਂਤੀ ਰੋਂਦੀ ਹੈ ਤੇ ਕੁਰਸੀ ਤੇ ਢੇਰ ਹੋ ਜਾਂਦੀ ਹੈ। ਸੋਭਾ ਭਰੀਆਂ ਹੋਈਆਂ ਅੱਖਾਂ ਨਾਲ ਅੱਗੇ ਅੱਗੇ ਜਾ ਰਹੀ ਹੈ ਤੇ ਪਿਤਾ ਵੱਲ ਕਦੇ ਮੁੜ ਕੇ ਕੁਰਸੀ ਉੱਤੇ ਪਈਆਂ ਰੋਂਦੀ ਮਾਂ ਵੱਲ, ਕਦੇ ਆਪਣੇ ਪਿਓ ਵੱਲ ਦੇਖਦੀ ਹੈ ਤੇ ਕਦੇ ਆਪਣੀ ਮਾਂ ਵੱਲ ਦੇਖਦੀ ਹੈ। ਤੇ ਇਸ ਕਹਾਣੀ ਵਿੱਚ ਕੌਣ? ਸਤੀਸ਼, ਸੋਭਾ ਤੇ ਲੀਲਾ ਘਰੋਂ ਬਾਹਰ ਚਲੇ ਜਾਂਦੇ ਹਨ। ਪਹਿਲਾ ਨਾਟਕ ਇਹ ਹੈ। ਪਹਿਲਾ ਨਾਟਕ ਕੀ ਹੈ? ਸੋਭਾ ਦਾ ਰਮੇਸ਼ ਨਾਲ ਵਿਆਹ ਕਰਾਉਣਾ ਤੇ ਆਪਣੇ ਪਰਿਵਾਰ ਦੇ ਖਿਲਾਫ ਜਾਣਾ। ਹੁਣ ਕੀ ਹੈ? ਦੂਜਾ ਨਾਟਕ ਹੈ। 3 ਨਾਟਕ ਹੋਏ ਨੇ ਇਸ ਕਹਾਣੀ ਵਿੱਚ। ਪਹਿਲਾ ਨਾਟਕ ਸ਼ੋਭਾ ਦਾ ਰਮੇਸ਼ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ। ਇੱਥੇ ਵੀ ਉਸਨੇ ਆਪਣੇ ਸੁਤੰਤਰ ਵਿਚਾਰਾਂ ਲਈ ਆਪਣੇ ਮਾਂ ਪਿਓ ਦੀ ਮਰਜ਼ੀ ਤੋਂ ਖਿਲਾਫ ਵਿਆਹ ਕਰਵਾਇਆ ਸੀ ਤੇ ਭਰਾ ਤੇ ਉਸਦਾ ਪਿਓ, ਉਸਦੀ ਮਾਂ ਤੇ ਉਸਦਾ ਭਰਾ ਉਸਦਾ ਸਾਥ ਦਿੰਦੇ ਨੇ, ਪਰ ਉਸਦਾ ਪਿਓ ਉਸਦਾ ਸਾਥ ਨਹੀਂ ਦਿੰਦਾ। ਦੂਜੇ ਨਾਟਕ ਜਦੋਂ ਆਰੰਭ ਹੁੰਦਾ ਹੈ, ਦੂਜੇ ਨਾਟਕ ਵਿੱਚ ਕੀ ਹੁੰਦਾ ਹੈ? ਹੁਣ ਉਹਨਾਂ ਦਾ ਵਿਆਹ ਹੋ ਗਿਆ ਹੈ। ਪਹਿਲਾ ਨਾਟਕ ਹੁੰਦਾ 1948 ਵਿੱਚ, 1948। ਦੂਜਾ ਨਾਟਕ ਸ਼ੁਰੂ ਹੁੰਦਾ ਹੈ 1951, ਉਸ ਤੋਂ 3 ਸਾਲ ਬਾਅਦ, 48 ਤੋਂ 3 ਸਾਲ ਬਾਅਦ। ਹੁਣ ਸੋਭਾ ਦਾ ਵਿਆਹ ਹੋ ਗਿਆ ਹੈ ਔਰ ਰਮੇਸ਼ ਨਾਲ ਰਹਿਣ ਲੱਗ ਪਈ ਹੈ। ਕੀ ਹੁੰਦਾ ਹੈ? ਨਾਟਕ ਦਾ ਆਰੰਭ, ਦੂਜੇ ਨਾਟਕ ਦਾ ਆਰੰਭ ਹੋ ਰਿਹਾ ਹੈ। ਦੂਜੇ ਨਾਟਕ ਵਿੱਚ ਕੀ ਹੁੰਦਾ ਹੈ? ਹੁਣ ਵਿਆਹ ਤੋਂ ਬਾਅਦ 3 ਸਾਲ ਹੋ ਗਏ ਨੇ ਰਮੇਸ਼ ਤੇ ਸੋਭਾ ਦੇ ਵਿਆਹ ਨੂੰ। ਲਵ ਮੈਰਿਜ ਉਸ ਮੁੰਡੇ ਨਾਲ ਉਸਨੇ ਕਰਾਈ ਹੈ, ਫਿਰ ਵੀ ਆਪਸ ਵਿੱਚ ਉਹਨਾਂ ਦੇ ਝਗੜੇ ਹੋਣੇ ਸ਼ੁਰੂ ਹੋ ਗਏ ਨੇ। ਲੀਲਾ ਸੋਭਾ ਦੇ ਕੋਲ ਕਹਿੰਦੀ ਹੈ ਕਿ ਉਹ ਘਬਰਾਈ ਹੋਈ 3 ਸਾਲ ਬੱਚੇ ਕੰਵਲ ਨੂੰ ਚੁੱਕ ਕੇ ਦਰਵਾਜ਼ੇ ਨਾਲ ਕੰਨ ਲਈ ਖੜੀ ਸੀ। ਕੀ ਹੈ? ਹੁਣ ਕੀ ਹੈ? ਉਹਨਾਂ ਦੇ ਕੋਲ ਇੱਕ ਮੁੰਡਾ ਹੈ, ਉਸਦਾ ਕੀ ਨਾਂ ਹੈ? ਕੰਵਲ ਨੈਣ। ਕੀ ਹੈ? ਲੀਲਾ ਉਹਨਾਂ ਦੇ ਨਾਲ ਹੀ ਰਹਿੰਦੀ ਹੈ। ਜਦੋਂ ਉਹਨਾਂ ਦਾ ਆਪਸੀ ਝਗੜਾ ਹੁੰਦਾ ਹੈ ਤਾਂ ਲੀਲਾ ਕੀ ਹੈ? ਮੁੰਡੇ ਨੂੰ ਚੱਕ ਕੇ ਦੂਰ ਹੋ ਜਾਂਦੀ ਹੈ। ਰਮੇਸ਼ ਮੁੰਸੀ ਦੇ ਬੁਲਾਉਣ ਤੇ ਦਫ਼ਤਰ ਚਲੇ ਜਾਂਦਾ ਹੈ ਤੇ ਲੀਲਾ ਟੈਲੀਫੋਨ ਕਰਕੇ ਸਤੀਸ਼ ਨੂੰ ਸ਼ੋਭਾ ਦੇ ਰਮੇਸ਼ ਦੇ ਝਗੜੇ ਬਾਰੇ ਦੱਸਦੀ ਹੈ। ਲੀਲਾ ਕੌਣ ਹੈ? ਨੌਕਰਾਣੀ। ਉਹ ਕਿਸ ਨੂੰ ਦੱਸ ਰਹੀ ਹੈ? ਸਤੀਸ਼ ਨੂੰ, ਕਿ ਸੋਭਾ ਤੇ ਰਮੇਸ਼ ਦਾ ਝਗੜਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਝਗੜੇ ਦਾ ਕਾਰਨ ਕੀ ਹੈ? ਸੈਕਿੰਡ ਜੋ ਕਹਾਣੀ ਹੈ, ਸੈਕਿੰਡ ਜੋ ਪਾਰਟ ਦਾ ਸਾਰ ਹੈ, ਉਹ ਇਸ ਕਹਾਣੀ ਵਿੱਚ ਗੁਜ਼ਰਦਾ ਹੈ ਕਿ ਰਮੇਸ਼ ਤੇ ਸੋਭਾ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਤੋਂ ਬਾਅਦ ਵੀ ਉਹਨਾਂ ਦਾ ਆਪਸੀ ਝਗੜਾ ਕਿਸ ਕਾਰਨ ਹੈ। ਜਿਹੜੀ ਸੋਭਾ ਹੈ ਉਹ ਪੜ੍ਹੀ ਲਿਖੀ ਕੁੜੀ ਹੈ, MA BEd ਉਸਨੇ ਕੀਤੀ ਹੋਈ ਹੈ, ਉਹ ਨੌਕਰੀ ਕਰਨਾ ਚਾਹੁੰਦੀ ਹੈ। ਪਰ ਰਮੇਸ਼ ਪੁਰਾਣੇ ਖਿਆਲਾਂ ਦਾ ਮੁੰਡਾ ਹੈ। ਉਹ ਆਪ ਵਕਾਲਤ ਕਰਦਾ ਹੈ ਛੋਟੀ ਮੋਟੀ, ਤੇ ਉਹ ਕਹਿੰਦਾ ਹੈ ਕਿ ਜੇ ਸੋਭਾ ਨੌਕਰੀ ਕਰੇਗੀ ਤਾਂ ਪੈਸੇ ਕਮਾਏਗੀ ਤਾਂ ਮੇਰੇ ਬਰਾਬਰ ਖੜੀ ਹੋ ਜਾਏਗੀ। ਮੈਂ ਉਸਨੂੰ ਬੋਲਣ ਦਾ ਅਧਿਕਾਰ ਨਹੀਂ ਦੇਣਾ ਚਾਹੁੰਦਾ। ਤੇ ਔਰਤਾਂ ਘਰ ਵਿੱਚ ਹੀ ਚੰਗੀਆਂ ਲੱਗਦੀਆਂ ਨੇ, ਲੇਕਿਨ ਸੋਭਾ ਹੈ, ਸੋਭਾ ਜਦ ਆਪਣੇ ਪਿਓ ਦੀ ਨਹੀਂ ਮੰਨੀ, ਜਦ ਉਸਨੇ ਆਪਣੀ ਸੁਤੰਤਰਤਾ ਅਨੁਸਾਰ ਕੰਮ ਕੀਤਾ, ਤੇ ਹੁਣ ਕਿਸ ਦੀ? ਰਮੇਸ਼ ਦੀ ਕਿੱਥੇ ਮੰਨਣ ਵਾਲੀ ਸੀ। ਤੇ ਦੋਨਾਂ ਵਿੱਚ ਇਸ ਸਮੇਂ ਸੋਭਾ ਰਮੇਸ਼ ਦੀ ਮਾੜੀ ਆਰਥਿਕ ਹਾਲਤ ਦਾ ਜ਼ਿਕਰ ਕਰਦੀ ਹੈ ਕਿ ਤੇਰੇ ਕੋਲ ਪੈਸੇ ਹੈ ਨਹੀਂ ਘਰ ਚਲਾਉਣ ਲਈ, ਤਾਂ ਮੈਂ ਜੇ ਤੇਰੇ ਨਾਲ ਤੇਰਾ ਸਾਥ ਦੇਵਾਂਗੀ ਨੌਕਰੀ ਕਰਕੇ ਤਾਂ ਬੁਰਾਈ ਕਿਹੜੀ ਗੱਲ ਵਿੱਚ ਹੈ। ਲੇਕਿਨ ਉਹ ਉਸ ਨਾਲ ਲੜਦਾ ਝਗੜਦਾ ਹੈ, ਕਲੱਬਾਂ ਵਿੱਚ ਜਾਂਦਾ ਹੈ, ਸ਼ਰਾਬਾਂ ਪੀਂਦਾ ਹੈ, ਦੂਜੀਆਂ ਔਰਤਾਂ ਨਾਲ ਘੁੰਮਦਾ ਹੈ। ਇਸ ਕਰਕੇ ਕੀ ਹੁੰਦਾ ਹੈ? ਉਹਨਾਂ ਦਾ ਝਗੜਾ ਵੱਧਦਾ ਜਾਂਦਾ ਹੈ ਤੇ ਹੱਥਾਪਾਈ ਹੁੰਦੀ ਹੈ। ਰਮੇਸ਼ ਸੋਭਾ ਨੂੰ ਮਾਰਦਾ ਹੈ, ਜਿਸ ਕਰਕੇ ਸੋਭਾ ਕੀ ਕਰਦੀ ਹੈ? ਆਪਣਾ ਸਮਾਨ ਚੁੱਕ ਕੇ ਸਕੂਲ ਚਲੀ ਜਾਂਦੀ ਹੈ, ਕਿਉਂਕਿ ਉੱਥੇ ਮੁੱਖ ਅਧਿਆਪਕ ਹੈ ਤੇ ਰਮੇਸ਼ ਉਸਨੂੰ ਕਹਿੰਦਾ ਹੈ ਕਿ ਤੇਰੇ ਹੋਰ ਟੀਚਰਾਂ ਨਾਲ ਗਲਤ ਸੰਬੰਧ ਹਨ, ਮੈਂ ਤੈਨੂੰ ਘਰ ਨਹੀਂ ਰੱਖਣਾ ਚਾਹੁੰਦਾ। ਝਗੜਾ ਇਸ ਤਰ੍ਹਾਂ ਵੱਧ ਜਾਂਦਾ ਹੈ ਕਿ ਉਹ ਕਮਲ ਨੂੰ ਲੈ ਕੇ ਸਕੂਲ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੰਦੀ ਹੈ। ਦੂਸਰੀ ਕਹਾਣੀ ਵਿੱਚ ਇਹੀ ਕੁਝ ਹੋ ਰਿਹਾ ਹੈ ਕਿ ਉਹਨਾਂ ਦਾ ਆਪਸ ਵਿੱਚ ਝਗੜਾ ਹੈ। ਡਿਟੇਲ ਵਿੱਚ ਬੇਟਾ ਤੁਸੀਂ ਪੜ੍ਹੋਗੇ, ਮੈਂ PDF ਤੁਹਾਡੇ ਕੋਲ ਸੈਂਡ ਕਰਾਂਗੀ।